ਬੱਚਿਓ ਸਤਿ ਸ੍ਰੀ ਅਕਾਲ। 7ਵੀਂ ਜਮਾਤ ਦੇ ਬੱਚਿਆਂ ਦਾ ਪੰਜਾਬੀ ਵਿਸ਼ੇ ਦੀ ਜਮਾਤ ਵਿੱਚ ਮੇਰੇ ਵੱਲੋਂ ਚਰਨਜੀਤ ਸਿੰਘ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘਾ ਜ਼ਿਲ੍ਹਾ ਮਾਨਸਾ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਪਿਆਰੇ ਬੱਚਿਓ, ਅੱਜ ਅਸੀਂ ਕਰਾਂਗੇ ਕਹਾਣੀ ਮੋਤੀ। ਇਸ ਕਹਾਣੀ ਦੇ ਲੇਖਕ ਹਨ ਪ੍ਰਿੰਸੀਪਲ ਸੁਜਾਨ ਸਿੰਘ। ਆਓ ਗੱਲ ਕਰਦੇ ਹਾਂ ਕਹਾਣੀ ਮੋਤੀ ਬਾਰੇ। ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ। ਇਹ ਪਿਸਤੀ ਨਸਲ ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆਂ ਵੀ ਨਹੀਂ ਸੀ ਚੂਕਦਾ। ਪਿਤਾ ਜੀ ਨੇ ਮੇਰੇ ਮਗਰ ਪੈਣ ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ। ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ। ਮੈਂ ਵੀ ਨਾਲ ਸਾਂ। ਕਾਊਚ ਦੇ ਹੇਠੋਂ ਕੋਈ ਕੂਲੀ ਕੂਲੀ ਚੀਜ਼ ਮੈਨੂੰ ਛੂਈ। ਮੈਂ ਥੱਲੇ ਦੇਖਿਆ ਤੇ ਡਰਿਆ। ਇੱਕ ਕੁੱਤੇ ਦੀ ਬੂਥੀ ਸੀ। ਪਿਤਾ ਜੀ ਦੇ ਦੋਸਤ ਨੇ ਕਿਹਾ, ਡਰਨਾ ਬੱਚਾ, ਇਹ ਵੜਦਾ ਨਹੀਂ। ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ। ਮੈਂ ਉਸ ਨਾਲ ਚੰਪਕ ਕੁੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ। ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ, ਕੀ ਗੱਲ ਹੈ ਬੇਟਾ, ਉਦਾਸ ਕਿਉਂ ਹੈ? ਮੈਂ ਉਸ ਵੱਲ ਬਿਨਾਂ ਦੇਖਿਆ ਤੇ ਬਿਨਾਂ ਉੱਤਰ ਦਿੱਤਿਆਂ ਪਿਤਾ ਜੀ ਵੱਲ ਬੜੇ ਮਿਠਾਸ ਤੇ ਅਰਜ਼ੋਈ ਭਰੀ ਨਜ਼ਰ ਤੱਕਦਿਆਂ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ। ਪਿਤਾ ਜੀ ਨੇ ਅੱਖਾਂ ਦੀ ਬੇਮਲੂਮ ਘੂਰੀ ਦਿੱਤੀ ਤੇ ਮੈਂ ਸਹਿਮ ਗਿਆ। ਪਿਤਾ ਜੀ ਦੇ ਮਿੱਤਰ ਨੇ ਕਿਹਾ, ਦੋਸਤ, ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਾਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ। ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ, ਬੇਟਾ, ਤੂੰ ਮੋਤੀ ਲੈਣਾ ਹੈ? ਜਾਂ ਲੈ ਜਾ ਬੀਬਾ ਪੁੱਤਰ। ਮੈਨੂੰ ਚੇਤਾ ਹੈ ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਤ੍ਰਭਕੇ ਸਨ। ਉਹਨਾਂ ਦਾ ਚਿਹਰਾ ਉਦਾਸ ਹੋ ਗਿਆ ਸੀ, ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ ਤੇ ਮੇਰੇ ਹੱਥ ਫੜਾ ਦਿੱਤੀ। ਮੋਤੀ ਹੈਰਾਨ ਸੀ। ਸ਼ਾਇਦ ਸੋਚ ਰਿਹਾ ਹੋਵੇ ਕਿ 2 ਘੜੀ ਦੀ ਬਰੀਤ ਲਈ ਉਮਰ ਕੈਦ। ਮੋਤੀ ਮੁੜ ਆਪਣੇ ਮਾਲਕ ਵੱਲ ਦੇਖਦਾ ਸੀ, ਪਰ ਉਸਦੇ ਕਹਿਣ ਤੇ ਕਿ ਜਾ ਮੋਤੀ, ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ। ਉਹ ਮੇਰੇ ਨਾਲ ਤੁਰ ਪਿਆ। ਉਸ ਵੇਲੇ ਪੱਪੀ, ਮੋਤੀ ਦੀ ਮਾਂ, ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ। ਮੋਤੀ ਦਾ ਚਿਹਰਾ ਉਦਾਸਿਆ ਜਾ ਗਿਆ। ਪੱਪੀ ਮਾਲਕ ਦੇ ਇਸ਼ਾਰੇ ਨਾਲ ਮਨ ਮਾਰ ਕੇ ਵਾਪਸ ਮੁੜ ਗਈ। ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਤੇ ਅਸੀਂ ਆਪਣੇ ਘਰ ਪਹੁੰਚੇ। ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇਖ ਕੇ ਪਿਤਾ ਜੀ ਨੂੰ ਕਿਹਾ, ਤੁਸੀਂ ਫਿਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ? ਪਿਤਾ ਜੀ ਨੇ ਉੱਤਰ ਦਿੱਤਾ, ਕਾਕੇ ਦੀ ਮਾਂ, ਕਾਕੇ ਨੂੰ ਇਹ ਚੰਗਾ ਲੱਗਾ ਸੀ ਤੇ ਪਰਸ਼ੋਤਮ ਬਾਬੂ ਨੇ ਦੇ ਦਿੱਤਾ। ਮਾਤਾ ਜੀ ਨੇ ਹੋਰ ਕੁਝ ਨਾ ਕਿਹਾ। ਕਿੰਨਾ ਚਿਰ ਮੋਤੀ ਅਫਸੋਸਿਆ ਰਿਹਾ। ਉਹ ਕੁਝ ਨਹੀਂ ਸੀ ਖਾਂਦਾ। ਦੁੱਧ ਦਾ ਪਿਆਲਾ ਸਵੇਰ ਤੋਂ ਸ਼ਾਮ ਤੱਕ ਪਿਆ ਰਹਿੰਦਾ ਸੀ। ਪਿਤਾ ਜੀ ਦੀਆਂ ਅੱਖਾਂ ਵਿੱਚ ਵੀ ਕੋਈ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ। ਮੈਂ ਪਿਤਾ ਜੀ ਨੂੰ ਇੱਕ ਦਿਨ ਇਹ ਕੁੱਤਾ ਮੋੜ ਆਉਣ ਲਈ ਕਿਹਾ, ਪਰ ਪਿਤਾ ਜੀ ਨਾ ਮੰਨੇ, ਸਗੋਂ ਉੱਠ ਕੇ ਮੋਤੀ ਨੂੰ ਪਿਆਰ ਕਰਨ ਲੱਗ ਪਏ। ਮੋਤੀ ਪਿਤਾ ਜੀ ਦੇ ਹੱਥਾਂ ਨੂੰ ਚੱਟਣ ਲੱਗ ਪਿਆ। ਪਿਤਾ ਜੀ ਨੇ ਨੌਕਰਾਣੀ ਨੂੰ ਤਾਜ਼ਾ ਦੁੱਧ ਲਿਆਉਣ ਦਾ ਹੁਕਮ ਦਿੱਤਾ। ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਆਇਆ ਤਾਂ ਉਹ ਅੱਧ ਪਚੱਧਾ ਪੀ ਗਿਆ। ਉਸ ਦਿਨ ਤੋਂ ਮੋਤੀ ਫਿਰ ਮੇਰੇ ਨਾਲ ਖੇਡਣ ਲੱਗ ਪਿਆ। ਹੌਲੀ ਹੌਲੀ ਉਸ ਦੀ ਸੰਗਲੀ ਖੋਲ੍ਹੀ ਜਾਣ ਲੱਗ ਪਈ ਤੇ ਉਹ ਘਰ ਦਾ ਵਿਸ਼ਵਾਸੀ ਬਣ ਗਿਆ। ਜਦੋਂ ਕਦੇ ਉਹ ਮੇਰੇ ਸਕੂਲ ਜਾਣ ਦੇ ਸਮੇਂ ਖੁੱਲ੍ਹਾ ਹੁੰਦਾ, ਉਹ ਮੇਰੇ ਮਗਰ ਦੱਬੇ ਪੈਰੀ ਤੁਰ ਪੈਂਦਾ ਸੀ ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੋਵਾਂ। ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ ਸਨ। ਜੇ ਉਹ ਕਿਸੇ ਦਾ ਮੂੰਹ ਚੱਟ ਲੈਂਦਾ ਸੀ ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣਾ ਪੈਂਦਾ ਸੀ। ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਮੂੰਹ ਵਿੱਚ ਲੈ ਕੇ ਨੱਸ ਉੱਠਦਾ ਸੀ ਤੇ ਗੇਂਦ ਮੇਰੇ ਹੱਥ ਵਿੱਚ ਫੜਾ ਕੇ ਹੀ ਸਾਹ ਲੈਂਦਾ ਸੀ। ਇੱਕ ਦਿਨ ਸਾਡੇ ਮਾਸਟਰ ਜੀ ਕੁੱਤੇ ਨੂੰ ਜਮਾਤ ਵਿੱਚ ਦੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜੇ। ਮੋਤੀ ਕੋ ਉਹਨਾਂ ਦਾ ਵਿਦਿਆਰਥੀ ਥੋੜਾ ਸੀ ਜੋ ਉਹਨਾਂ ਦਾ ਰੋਹਬ ਝੱਲ ਲੈਂਦਾ। ਉਸਨੇ ਵੱਧ ਕੇ ਕੁਰਕੀ ਸੁਣਾਈ ਤੇ ਨਾਲ ਹੀ ਚਿੱਟੇ ਦੁੱਧ ਦੰਦ ਦਿਖਾਏ। ਫਿਰ ਉਹ ਮੇਰੇ ਬੈਂਚ ਹੇਠਾਂ ਵੜ ਕੇ ਬਹਿ ਗਿਆ। ਤਾਂ ਇਹ ਕੁੱਤਾ ਤੇਰਾ ਹੈ? ਮਾਸਟਰ ਨੇ ਹਿੰਦੀ ਦੇ ਸ਼ਬਦਾਂ ਨੂੰ ਇਵੇਂ ਲਮਕਾਉਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ। ਮੈਂ ਡਰਦਿਆਂ ਮਾਸਟਰ ਨੂੰ ਕਿਹਾ, ਇਹ ਕੁੱਤਾ ਮੇਰਾ ਹੀ ਹੈ। ਉਹਨਾਂ ਉਸੇ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰ ਛੱਡ ਆਵਾਂ। ਮੈਨੂੰ ਉਸ ਦਿਨ 1 ਘੰਟੇ ਦੀ ਛੁੱਟੀ ਮਿਲ ਗਈ। ਮੈਂ ਬੜਾ ਖੁਸ਼ ਸਾਂ, ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੁੜਦਿਆਂ ਸਾਰ ਸੇਵੀਆਂ ਦਾ ਸਵਾਦ ਚਖਾਉਣਾ ਹੈ। ਇਹ ਮਾਸਟਰ ਜੀ ਚਪੇੜਾਂ ਮਾਰਨ ਨੂੰ ਸੇਵੀਆਂ ਦਾ ਸਵਾਦ ਆਖਦੇ ਹੁੰਦੇ ਹਨ। ਘਰ ਜਾ ਕੇ ਮੈਂ ਚਪੇੜਾਂ ਦੀ ਕਹਾਣੀ ਮਾਂ ਨੂੰ ਸੁਣਾਈ, ਪਰ ਮਾਤਾ ਜੀ ਨਾਲੋਂ ਮੈਨੂੰ ਮੋਤੀ ਬਹੁਤਾ ਗੌਰ ਨਾਲ ਸੁਣਦਾ ਦਿਖਾਈ ਦਿੰਦਾ ਸੀ। ਮੈਂ ਉਂਗਲ ਕਰਕੇ ਉਸ ਵੱਲ ਇਸ਼ਾਰਾ ਕਰਦਿਆਂ ਕਹਿ ਹੀ ਰਿਹਾ ਸਾਂ, ਅੱਛਾ ਬੱਚੂ, ਮੈਨੂੰ ਮਾਰ ਪਵਾਈ ਕਿਉਂ? ਮੇਰੇ ਕੋਲ ਆ ਕੇ ਲੇਟ ਗਿਆ ਤੇ ਪੂਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ। ਖਬਰੇ ਉਹ ਮੈਨੂੰ ਕਹਿ ਰਿਹਾ ਸੀ ਕਿ ਮਿੱਤਰ, ਆਪਣੇ ਵੰਡੇ ਦਾ ਮੈਨੂੰ ਮਾਰ ਲੈ।
ਉਸ ਤੋਂ ਮਗਰੋਂ ਉਸਨੇ ਸਕੂਲ ਜਾਣ ਦੀ ਇੱਕੋ ਵਾਰ ਕੋਸ਼ਿਸ਼ ਕੀਤੀ। ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ। ਉਹ ਸਕੂਲ ਦੇ ਬੂਹੇ ਲਾਗੇ ਮੇਰੀ ਉਡੀਕ ਕਰ ਰਿਹਾ ਸੀ। ਮੈਂ ਗੁੱਸੇ ਵਿੱਚ ਆ ਕੇ ਕਿਹਾ, ਨੱਠ ਜਾ ਮੋਤੀ, ਨਹੀਂ ਤੇ ਮੈਂ ਮਾਰਾਂਗਾ। ਮੋਤੀ ਸੱਚਮੁੱਚ ਉੱਠ ਦੌੜਿਆ। ਮੈਨੂੰ ਬੜਾ ਅਫਸੋਸ ਲੱਗਾ ਮਤੇ ਮੇਰਾ ਮਿੱਤਰ ਗਵਾਚ ਜਾਵੇ। ਸਕੂਲ ਦੀ ਟੱਲੀ ਵੱਜਣ ਵਾਲੀ ਸੀ। ਚਪੜਾਸੀ ਨੇ ਬਾਹਰਲਾ ਬੂਹਾ ਮਾਰ ਦਿੱਤਾ। ਮੇਰਾ ਖਿਆਲ ਮੋਤੀ ਵਾਲੀ ਲੱਗਾ ਰਿਹਾ। ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਧੀ। ਸਾਰੀ ਛੁੱਟੀ ਮਗਰੋਂ ਜਦੋਂ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿੱਚ ਮਿਲਿਆ ਤੇ ਮੇਰੇ ਨਾਲ ਕੋਠੇ ਤੇ ਗਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਕੁਝ ਲੱਭਾ ਹੈ? ਮਾਤਾ ਨੇ ਜਾਂਦੇ ਹੀ ਪੁੱਛਿਆ। ਮੋਤੀ ਗੁਆਚ ਚੱਲਿਆ ਸੀ, ਉਹ ਲੱਭ ਪਿਆ ਹੈ। ਉਹ ਤੇ ਸਾਰਾ ਦਿਨ ਰੱਸੀਆਂ ਨਾਲ ਖੇਡਦਾ ਰਿਹਾ ਹੈ, ਮਾਤਾ ਜੀ ਨੇ ਨੌਕਰਾਨੀ ਵੱਲ ਇਸ਼ਾਰਾ ਕਰਕੇ ਕਿਹਾ। ਉਸ ਵੇਲੇ ਮੈਨੂੰ ਕੁੱਤੇ ਦੇ ਇਸ ਡਬਲ ਰੋਲ ਦਾ ਪਤਾ ਨਾ ਲੱਗਾ। ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਜਾਇਆ ਕਰਦਾ ਸੀ। ਇੱਕ ਦਿਨ ਪਿਤਾ ਜੀ, ਮੈਂ ਤੇ ਮੋਤੀ ਅਗਨਬੁੱਟ ਵਿੱਚ ਬੈਠੇ ਸਾਂ। ਜਹਾਜ਼ ਦੇ ਤੁਰਨ ਦਾ ਵਿਸਲ ਹੋ ਚੁੱਕਾ ਸੀ। ਜਹਾਜ਼ ਜੈਟੀ ਨਾਲੋਂ ਨਿਖੜ ਚੁੱਕਾ ਸੀ। ਮੋਤੀ ਮੈਨੂੰ ਨਾ ਦਿਸਿਆ। ਅਚਾਨਕ ਮੈਨੂੰ ਜੈਟੀ ਤੇ ਦਿਸਿਆ। ਮੈਂ ਚੀਕ ਚਿਹਾੜਾ ਪਾ ਦਿੱਤਾ। ਪਿਤਾ ਜੀ ਛਾਲ ਮਾਰ ਕੇ ਜੈਟੀ ਤੇ ਚਲੇ ਗਏ। ਮੋਤੀ ਨੂੰ ਗਲੋਂ ਫੜ ਕੇ ਕੱਛ ਵਿੱਚ ਦੇ ਲਿਆ। ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ। ਜਹਾਜ਼ ਤੇ ਜੈਟੀ ਵਿਚਕਾਰ 5-7 ਫੁੱਟ ਦਾ ਪਾੜ ਸੀ ਤੇ ਦਰਿਆ ਹੁਗਲੀ ਛਾਂ ਕਰਦਾ ਵਗ ਰਿਹਾ ਸੀ। ਪਿਤਾ ਜੀ ਨੇ 2 ਕੁ ਕਦਮ ਪਿਛਾਂਹ ਹਟ ਕੇ ਛਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਣ ਚੰਬੜੇ। ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਈ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ। ਅਚਾਨਕ ਉੱਪਰਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ, ਤੁਸੀਂ ਬੜੇ ਬਹਾਦਰ ਹੋ, ਤੁਸੀਂ ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ? ਮੇਮ ਪਿਤਾ ਜੀ ਦੇ ਵਾਕਫ ਮਿਲ ਮੈਨੇਜਰ ਦੀ ਵਹੁਟੀ ਸੀ ਤੇ ਜਾਣਦੀ ਸੀ ਕਿ ਪਿਤਾ ਜੀ ਤਰਨਾ ਨਹੀਂ ਸਨ ਜਾਣਦੇ। ਪਿਤਾ ਜੀ ਨੇ ਉੱਤਰ ਦਿੱਤਾ ਸੀ ਕਿ ਮੇਰਾ ਬੱਚਾ ਇਸ ਕੁੱਤੇ ਨੂੰ ਬੜਾ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਨੂੰ ਆਪਣੇ ਬੱਚੇ ਵਾਂਗੂ ਪਿਆਰ ਕਰਦਾ ਹਾਂ। ਮੇਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਤਾਂ ਇਹ ਤੁਹਾਡਾ ਬੱਚਾ ਹੈ। ਉਸਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਇਸ ਤੋਂ ਬਾਅਦ ਮੇਮ ਵੀ ਮੋਤੀ ਦੀ ਮਿੱਤਰ ਬਣ ਗਈ। ਮੋਤੀ ਮੇਰੇ ਹਰ ਮਿੱਤਰ ਦਾ ਝੱਟ ਦੋਸਤ ਬਣ ਜਾਂਦਾ ਸੀ। ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਦੇ ਪਹੁੰਚਣ ਤੇ ਆਪਣੇ ਬੰਗਲੇ ਦੇ ਬਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ। ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ। ਮੇਮ ਦੇ 2 ਵੱਡੇ ਕੁੱਤੇ ਹੋਰ ਸਨ। ਮੋਤੀ ਉਹਨਾਂ ਨੂੰ ਕਦੇ ਡਾਈ ਨਹੀਂ ਸੀ ਦਿੰਦਾ। ਗੁਲਾਬ, ਟਿਊਲਿਪ ਤੇ ਟਮਾਟਰਾਂ ਦੇ ਬੂਟਿਆਂ ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਦਾ ਫਿਰਦਾ। ਵੱਡੇ ਕੁੱਤੇ ਹਫ ਜਾਂਦੇ ਤਾਂ ਉਹਨਾਂ ਨੂੰ ਛੇੜ ਕੇ ਨੱਸਦਾ। ਪਤਾ ਨਹੀਂ ਇਸ ਨਿੱਕੇ ਜਿਹੇ ਕਤੂਰੇ ਵਿੱਚ ਇਹ ਤਾਕਤ ਕਿੱਥੋਂ ਆ ਗਈ ਸੀ। ਖੁਸ਼ਬੂਦਾਰ ਫੁੱਲਾਂ ਨਾਲ ਖਹਿ ਕੇ ਉਹ ਵੀ ਤੁਰਦਾ ਫਿਰਦਾ ਫੁੱਲ ਜਾਪਦਾ। ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇੱਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ, ਪਰ ਪਿਤਾ ਜੀ ਨੇ ਕੇਵਲ ਇੰਨਾ ਉੱਤਰ ਹੀ ਦਿੱਤਾ ਸੀ ਕਿ ਮੇਰੇ ਬੱਚੇ ਦਾ ਖਿਡੌਣਾ ਹੈ। ਪਤਾ ਨਹੀਂ ਉਹ ਮੈਥੋਂ ਮੇਰਾ ਮਿੱਤਰ ਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖੋਹਣ ਲਈ ਕਿਉਂ ਬੇਚੈਨ ਸੀ। ਪੇਸ਼ ਨਾ ਚੱਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕੀਤਾ। ਨੋਟ ਦਿਖਾਏ, ਚਮਕਦੇ ਟਣਕਦੇ ਰੁਪਈਆਂ ਦੀ ਢੇਰੀ ਲਾ ਦਿੱਤੀ। ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਪਤਾ ਨਹੀਂ ਸੀ ਜਾਂ ਬਚਪਨ ਦਾ ਉਹ ਸਮਾਂ ਸੀ ਜਦੋਂ ਯਾਰ ਰੁਪਈਆਂ ਪਿੱਛੇ ਨਹੀਂ ਸੀ ਵੇਚੇ ਜਾਂਦੇ। ਮੈਂ ਸਾਫ਼ ਨਾ ਕਰ ਦਿੱਤੀ। ਢੇਰ ਚਿਰ ਪਿੱਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ। ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ ਸਨ। ਉਹਨਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ। ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ। ਸਮਾਨ, ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿੱਤੇ ਸਨ। ਟੈਕਸੀ ਤਿਆਰ ਸੀ। ਪਿਤਾ ਜੀ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਲੰਮੇ ਪਏ ਗਏ। ਮੋਤੀ ਲਾਗੇ ਖੜਾ ਸੀ। ਮੈਂ ਉਸ ਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਾਨ ਸਾਂ ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦੇ ਦਿੱਤਾ। ਮੋਤੀ ਦੇ ਹੱਕ ਵਿੱਚ ਅੱਖਾਂ ਰਾਹੀਂ ਕੀਤੀ ਅਪੀਲ ਘੂਰੀ ਨਾਲ ਨਾ ਮਨਜ਼ੂਰ ਹੋਈ। ਕਲਕੱਤੇ ਦੇ ਗਹਿਮ ਬਾਜ਼ਾਰਾਂ ਵਿੱਚ ਮੋਤੀ ਮੋਟਰ ਨਾਲ ਦੌੜ ਲਾ ਰਿਹਾ ਸੀ। ਹੈਰੀਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ ਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਸੂਰਦਾਸ ਦਾ ਇਹ ਭਜਨ ਕਿ ਕਦਮ ਬੜੇ ਆ ਗਏ, ਮਨ ਪਾਛੇ ਭਾਗੇ ਸੁਣ ਕੇ ਹੁਣ ਵੀ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ। ਗੱਡੀ ਵਿੱਚ ਸੀਟਾਂ ਬੁੱਕ ਸਨ। ਅਸੀਂ ਆਪਣੇ ਡੱਬੇ ਵਿੱਚ ਬੈਠ ਗਏ। 15-20 ਮਿੰਟਾਂ ਬਾਅਦ ਜਦ ਕਿ ਗੱਡੀ ਚੀਕ ਮਾਰ ਕੇ ਤੁਰ ਚੁੱਕੀ ਸੀ, ਮੋਤੀ ਸ਼ੁਦਾਈਆਂ ਵਾਂਗ ਕਿਸੇ ਗਵਾਚੇ ਨੂੰ ਲੱਭਦਾ ਪਲੇਟਫਾਰਮ ਤੇ ਦਾਖਲ ਹੋਇਆ। ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਆਵਾਜ਼ ਦਿੱਤੀ। ਅੰਨ੍ਹੇਵਾਹ ਨੱਠਦਾ ਮੋਤੀ ਡੱਬੇ ਨਾਲ ਆਣ ਮਿਲਿਆ। ਪਲੇਟਫਾਰਮ ਲੰਘ ਚੁੱਕਾ ਸੀ। ਦੌੜ ਲਾਈਨਾਂ ਵਿੱਚ ਸ਼ੁਰੂ ਸੀ। ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ। ਉਹ ਝਈਆਂ ਲੈਂਦਾ ਸੀ। ਮਾਲੂਮ ਹੁੰਦਾ ਸੀ ਕੋਈ ਇੱਕ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ, ਪਰ ਬੇਰਹਿਮ ਬੇਦਿਲ ਇੰਜਨ ਤੇਜ਼ ਹੋ ਰਿਹਾ ਸੀ। ਮਾਤਾ ਜੀ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ। ਪਤਾ ਨਹੀਂ ਕਿਉਂ ਮਾਤਾ ਜੀ ਜੰਜੀਰ ਖਿੱਚ ਕੇ ਗੱਡੀ ਖੜੀ ਨਹੀਂ ਸਨ ਕਰਦੇ। ਸ਼ਾਇਦ ਮਾਤਾ ਜੀ ਨੂੰ ਵਹਿਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ
ਕਾਰਨ ਉਹ ਹੈ, ਮੋਤੀ ਅੱਜ ਦੌੜ ਵਿੱਚ ਹਾਰ ਖਾ ਰਿਹਾ ਸੀ। ਮੈਂ ਜਦੋਂ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ ਹਟ ਗਿਆ, ਉਸ ਨੂੰ ਵੇਖਦਾ ਰਿਹਾ। ਛਾਲ ਮਾਰਨ ਨੂੰ ਜੀ ਨਹੀਂ ਸੀ ਕਰਦਾ। ਪਿਤਾ ਜੀ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲਿਆਉਂਦੇ। ਮਗਰੋਂ ਸਾਨੂੰ ਗੁਆਂਢੀਆਂ ਦੀ ਚਿੱਠੀ ਆਈ ਕਿ ਲਗਾਤਾਰ 1 ਮਹੀਨਾ ਮੋਤੀ ਸਾਡੇ ਵੇਚੇ ਹੋਏ ਮਕਾਨ ਅੱਗੇ ਬੈਠਾ ਰਿਹਾ ਸੀ। ਦਿਨ ਰਾਤ 1 ਘੰਟਾ ਉਹ ਗਾਇਬ ਰਹਿੰਦਾ ਸੀ। ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ ਤੇ ਦੇਖਣ ਜਾਂਦਾ ਹੋਵੇ। ਇੱਕ ਦਿਨ ਰਾਤੀ ਉਹ ਬੜਾ ਰੋਇਆ। ਖਬਰੇ ਉਹ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤਿਆਗਣ ਦੀ ਰਾਤ ਸੀ ਤੇ ਫਿਰ ਉਸ ਨੂੰ ਕਿਸੇ ਨਹੀਂ ਸੀ ਦੇਖਿਆ। ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵੱਲ ਖਿੱਚਦਾ ਰਹਿੰਦਾ ਹੈ। ਤਾਂ ਪਿਆਰੇ ਬੱਚਿਓ, ਇਹ ਸੀ ਸਾਡੇ ਕੋਲੇ ਕਹਾਣੀ ਮੋਤੀ। ਆਓ ਹੁਣ ਅਸੀਂ ਇਹਦੇ ਪਹਿਰੇ ਦੇ ਵਿੱਚੋਂ ਕੁਝ ਪ੍ਰਸ਼ਨਾਂ ਦੇ ਉੱਤਰ ਲੱਭਦੇ ਹਾਂ। ਸਾਡੇ ਕੋਲੇ ਪਹਿਰਾ ਦਿੱਤਾ ਹੋਇਆ ਹੈ, ਇਹਦੇ ਵਿੱਚੋਂ ਕੁਝ ਪ੍ਰਸ਼ਨ ਨੇ, ਉਹਨਾਂ ਦੇ ਅੱਗੇ 4-4 ਉੱਤਰ ਦਿੱਤੇ ਹੋਏ ਨੇ। ਅਸੀਂ ਸਹੀ ਉੱਤਰ ਦੀ ਉਹਦੇ ਵਿੱਚੋਂ ਭਾਲ ਕਰਨੀ ਹੈ। ਕਹਾਣੀ ਵਿਚਲੇ ਕੁੱਤੇ ਦਾ ਕੀ ਨਾਂ ਹੈ? ਹਾਂਜੀ, ਪਤਾ ਹੀ ਹੈ ਸਾਰੇ ਬੱਚਿਆਂ ਨੂੰ। ਹਾਂ, ਸ਼ਾਬਾਸ਼। ਕੀ ਨਾਂ ਹੈ? ਮੋਤੀ। ਵੈਰੀ ਗੁੱਡ। ਕੁੱਤੇ ਬਾਰੇ ਸੁਣ ਕੇ ਪਿਤਾ ਜੀ ਦਾ ਚਿਹਰਾ ਕਿਸ ਤਰ੍ਹਾਂ ਦਾ ਹੋ ਗਿਆ? ਉਹਨਾਂ ਦਾ ਚਿਹਰਾ ਉਦਾਸ ਹੋ ਗਿਆ। ਕੀ ਹੋ ਗਿਆ? ਉਦਾਸ। ਉੱਪਰ ਪਹਿਰੇ ਦੀ ਲਾਈਨ 'ਚ ਦਿੱਤਾ ਹੋਇਆ ਨਾ। ਲੜਕੇ ਨੂੰ ਕੁੱਤੇ ਦੀ ਸੰਗਲੀ ਕਿਸ ਨੇ ਫੜਾਈ? ਕਿਹਦੇ ਕੋਲ ਲਿਆ ਸੀ ਕੁੱਤਾ? ਹਾਂ, ਪਿਤਾ ਜੀ ਦੇ ਮਿੱਤਰ ਕੋਲੋਂ। ਤਾਂ ਪਿਤਾ ਜੀ ਦੇ ਮਿੱਤਰ ਨੇ ਫੜਾਈ ਨਾ ਸੰਗਲੀ। ਹਾਂ। ਕੁੱਤੇ ਦੀ ਮਾਂ ਦਾ ਕੀ ਨਾਂ ਸੀ? ਸਾਡੇ ਕੋਲ ਅੱਗੇ ਆਇਆ ਨਾ। ਹਾਂ, ਉਸ ਵੇਲੇ ਪੱਪੀ ਮੋਤੀ ਦੀ ਮਾਂ ਅੰਦਰੋਂ ਨਿਕਲ ਆਈ। ਤਾਂ ਕੁੱਤੇ ਦੀ ਮਾਂ ਦਾ ਕੀ ਨਾਂ ਸੀ? ਪੱਪੀ। ਬਿਲਕੁਲ ਸਹੀ। ਲੜਕਾ ਤੇ ਉਸਦੇ ਪਿਤਾ ਜੀ ਕਿਸ ਰਾਹੀਂ ਘਰ ਪਹੁੰਚੇ ਸਨ? ਹਾਂ, ਉਹਨਾਂ ਨੇ ਕੀ ਫੜੀ? ਟੈਕਸੀ। ਤਾਂ ਕਿਸ ਰਾਹੀਂ ਪਹੁੰਚੇ ਸਨ? ਟੈਕਸੀ ਰਾਹੀਂ। ਆਓ ਇੱਕ ਪੈਰਾ ਸੀ, ਇਹਦੇ ਵਿੱਚੋਂ ਕੁਝ ਕੁਐਸਚਨ ਨੇ। ਕਹਾਣੀ ਵਿੱਚ ਲੜਕੇ ਨੂੰ ਮੋਤੀ ਕਿੱਥੇ ਤੇ ਕਿਵੇਂ ਮਿਲਿਆ ਤੇ ਮੋਤੀ ਹੈਰਾਨ ਕਿਉਂ ਸੀ? ਇਹਨਾਂ ਬਾਰੇ ਅੱਗੇ ਆਪਾਂ ਫਿਰ ਗੱਲ ਕਰਦੇ ਹਾਂ। ਦੂਜੇ ਪੈਰੇ ਦੀ ਗੱਲ ਕਰੀਏ ਅਸੀਂ। ਮੇਮ ਮੋਤੀ ਦੀ ਉਡੀਕ ਕਿੱਥੇ ਕਰ ਰਹੀ ਹੁੰਦੀ? ਬੰਗਲੇ ਦੇ ਬਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ। ਤਾਂ ਸਹੀ ਉੱਤਰ ਕੀ ਹੈ? ਬਰਾਂਡੇ ਵਿੱਚ। ਮੇਮ ਕੋਲ ਹੋਰ ਕਿੰਨੇ ਕੁੱਤੇ ਸਨ? ਮੇਮ ਦੇ 2 ਵੱਡੇ ਕੁੱਤੇ ਹੋਰ ਸਨ। ਤਾਂ ਕਿੰਨੇ ਕੁੱਤੇ ਸਨ? ਵੈਰੀ ਗੁੱਡ, ਸ਼ਾਬਾਸ਼, 2। ਮੋਤੀ ਬੂਟਿਆਂ ਉੱਤੋਂ ਦੀ ਕਿਸ ਤਰ੍ਹਾਂ ਉੱਡਿਆ ਫਿਰਦਾ? ਦੁੱਧ ਚਿੱਟੀਆਂ ਪਰੀਆਂ ਵਾਂਗ। ਉਹ ਤੁਰਦਾ ਫਿਰਦਾ ਕੀ ਜਾਪਦਾ? ਖੁਸ਼ਬੂਦਾਰ ਫੁੱਲਾਂ ਨਾਲ ਕਹਿ ਕੇ ਉਹ ਵੀ ਤੁਰਦਾ ਫਿਰਦਾ ਫੁੱਲ ਜਾਪਦਾ। ਕੀ ਜਾਪਦਾ? ਫੁੱਲ। ਵੈਰੀ ਗੁੱਡ। ਤਾਂ ਸਾਡੇ ਕੋਲ ਅੱਗੇ ਖਾਲੀ ਥਾਂ ਹੈ ਬੇਟਾ। ਵੱਡੇ ਕੁੱਤੇ ਹੱਫ ਜਾਂਦੇ ਤਾਂ ਉਹਨਾਂ ਨੂੰ ਖਾਲੀ ਥਾਂ ਨੱਸਦਾ। ਕੀ ਨੱਸਦਾ? ਹਾਂਜੀ, ਛੇੜ ਕੇ। ਸ਼ਾਬਾਸ਼। ਤਾਂ ਅਸੀਂ ਅਗਲੇ ਪਹਿਰੇ ਦੀ ਗੱਲ ਕਰੀਏ। ਮੋਤੀ ਪੰਜੇ ਚੁੱਕ ਕੇ ਕਿਸ ਵਾਂਗ ਬੈਠ ਜਾਂਦਾ ਸੀ? ਤਾਂ ਪਹਿਰੇ ਚੋਂ ਲੱਭੇ ਦਾ ਉੱਤਰ। ਹਾਂ, ਕਿਸ ਵਾਂਗ ਬੈਠ ਜਾਂਦਾ ਸੀ? ਦੋਵੇਂ ਪੰਜੇ ਚੁੱਕ ਕੇ ਕੰਗਾਰੂ ਵਾਂਗ ਬੈਠ ਜਾਂਦਾ ਸੀ। ਤਾਂ ਕੰਗਾਰੂ ਹੈਗਾ ਇਹਦੇ ਵਿੱਚ। ਹਾਂਜੀ, ਕਿਸ ਵਾਂਗ ਬੈਠ ਜਾਂਦਾ ਸੀ? ਕੰਗਾਰੂ ਵਾਂਗ। ਮੋਤੀ ਜੰਗਲੀ ਰਸਤਿਆਂ ਤੇ ਕੀ ਚੁੱਕ ਕੇ ਚਾਨਣ ਕਰਦਾ ਸੀ? ਕੀ ਚੁੱਕ ਕੇ ਚਾਨਣ ਕਰਦਾ ਸੀ? ਹਾਂਜੀ, ਲਾਲਟੈਨਾਂ। ਸ਼ਾਬਾਸ਼। ਇਹਦਾ ਉੱਤਰ ਕੀ ਹੈ? ਲਾਲਟੈਨਾਂ। ਮੋਤੀ ਨੇ ਪਿਤਾ ਜੀ ਦੀ ਕੀ ਫੜ ਕੇ ਖਿੱਚੀ? ਹਾਂ, ਕੀ ਫੜ ਕੇ ਖਿੱਚੀ? ਪਤਲੂਨ ਫੜ ਕੇ ਖਿੱਚੀ ਜਾਂਦਾ ਸੀ। ਪਤਲੂਨ। ਪਿਤਾ ਜੀ ਦੇ ਬੂਟਾਂ ਵਿਚਕਾਰ ਕੀ ਪਿਆ ਸੀ? ਕਰੂੰਡੀਆ। ਕਰੂੰਡੀਆ ਇੱਕ ਸੱਪ ਹੁੰਦਾ ਬੱਚੇ। ਉੱਤਰ ਕੀ ਹੈ? ਕਰੂੰਡੀਆ, ਈੜੀ। ਤਾਂ ਪਿਤਾ ਜੀ ਨੇ ਇੱਕ ਖਾਲੀ ਥਾਂ ਨਾਲ ਉਸ ਨੂੰ ਟਿਕਾਣੇ ਲਗਾ ਦਿੱਤਾ। ਇਹਦਾ ਉੱਤਰ ਕੀ ਹੈ? ਡਬਲ ਇੱਟ ਨਾਲ। ਕਿਸ ਨਾਲ? ਡਬਲ ਇੱਟ ਨਾਲ। ਤਾਂ ਆਓ ਅਸੀਂ ਹੁਣ ਗੱਲ ਕਰਦੇ ਹਾਂ ਇਸ ਦੇ ਪ੍ਰਸ਼ਨ ਉੱਤਰਾਂ ਦੀ। ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ? ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਉਸਦੇ ਪਿਤਾ ਦੇ ਦੋਸਤ ਕੋਲੋਂ ਮਿਲਿਆ। ਉਹ ਜਦੋਂ ਆਪਣੇ ਪਿਤਾ ਜੀ ਨਾਲ ਉਹਨਾਂ ਦੇ ਦੋਸਤ ਦੇ ਘਰ ਗਿਆ ਤਾਂ ਉਹ ਉੱਥੇ ਮੋਤੀ ਨਾਲ ਖੇਡਦਾ ਰਿਹਾ ਤੇ ਵਾਪਸ ਆਉਂਦੇ ਸਮੇਂ ਉਹਨਾਂ ਨੇ ਉਸ ਨੂੰ ਮੋਤੀ ਦੇ ਦਿੱਤਾ। ਤਾਂ ਸਾਡੇ ਕੋਲ ਅਗਲਾ ਪ੍ਰਸ਼ਨ ਹੈ, ਮੋਤੀ ਹੈਰਾਨ ਕਿਉਂ ਸੀ? ਤੇ ਇਹਦਾ ਉੱਤਰ ਹੈ, ਮੋਤੀ ਇਸ ਲਈ ਹੈਰਾਨ ਸੀ ਕਿ ਕੁਝ ਪਲ ਦੀ ਸਾਂਝ ਉਸ ਲਈ ਉਮਰ ਕੈਦ ਬਣਨ ਜਾ ਰਹੀ ਸੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲੇ, ਮੋਤੀ ਕਾਰਨ ਲੜਕੇ ਨਾਲ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ ਸੀ? ਇੱਕ ਦਿਨ ਮੋਤੀ ਲੜਕੇ ਨਾਲ ਸਕੂਲ ਚਲਾ ਗਿਆ। ਅਧਿਆਪਕ ਦੇ ਘੂਰਨ ਤੇ ਮੋਤੀ ਵੀ ਘੂਰਦਾ ਹੋਇਆ ਲੜਕੇ ਦੇ ਬੈਂਚ ਹੇਠਾਂ ਵੜ ਕੇ ਬੈਠ ਗਿਆ। ਅਧਿਆਪਕ ਨੇ ਲੜਕੇ ਨੂੰ ਮੋਤੀ ਨੂੰ ਘਰ ਛੱਡ ਕੇ ਆਉਣ ਲਈ ਕਿਹਾ, ਪਰ ਜਦ ਲੜਕਾ ਵਾਪਸ ਸਕੂਲ ਪਹੁੰਚਿਆ ਤਾਂ ਅਧਿਆਪਕ ਨੇ ਉਸ ਨੂੰ ਸੇਵੀਆਂ ਦਾ ਸਵਾਦ ਚਖਾਇਆ, ਭਾਵ ਉਸ ਨੂੰ ਥੱਪੜਾਂ ਦੀ ਸਜ਼ਾ ਦਿੱਤੀ। ਤਾਂ ਅਗਲਾ ਪ੍ਰਸ਼ਨ ਹੈ ਸਾਡੇ ਕੋਲੇ ਪੁੱਤਰ ਜੀ, ਮੋਤੀ ਵਿੱਚ ਕਿਹੜੇ ਕਿਹੜੇ ਗੁਣ ਸਨ? ਹਾਂਜੀ, ਮੋਤੀ ਵਿੱਚ ਬੜੇ ਗੁਣ ਸਨ। ਉਹ ਘਰ ਦੀ ਰਾਖੀ ਕਰਦਾ ਸੀ, ਦੂਰ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ, ਸਿਟ ਡਾਊਨ ਕਹਿਣ ਤੇ ਕੰਗਾਰੂ ਵਾਂਗ ਬੈਠ ਜਾਂਦਾ ਸੀ ਤੇ ਲਾਲਟਨਾ ਚੁੱਕ ਕੇ ਹਨੇਰੇ ਰਸਤੇ ਤੇ ਚਾਨਣ ਕਰਦਾ ਸੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲੇ ਪੁੱਤਰ ਜੀ, ਲੜਕੇ ਨੂੰ ਮੇਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਤੇ ਕਿਉਂ?
ਉੱਤਰ ਹੈ ਲੜਕੇ ਨੂੰ ਮੇਮ ਵੱਲੋਂ ਆਂਡੇ, ਦੁੱਧ, ਕੇਕ, ਬਿਸਕੁਟ, ਚਾਕਲੇਟ ਤੇ ਸੈਂਡਵਿਚਾਂ ਦੇ ਗੱਫੇ ਮਿਲਦੇ ਸਨ ਕਿਉਂਕਿ ਮੇਮ ਲੜਕੇ ਕੋਲੋਂ ਮੋਤੀ ਲੈਣਾ ਚਾਹੁੰਦੀ ਸੀ। ਉਸ ਤੋਂ ਅਗਲਾ ਪ੍ਰਸ਼ਨ ਹੈ ਸਾਡੇ ਕੋਲੇ, ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ ਕਿਹੜੇ ਫੁੱਲ ਖਿੜੇ ਹੋਏ ਸਨ ਜਿਨ੍ਹਾਂ 'ਚ ਮੋਤੀ ਖੇਡਦਾ ਹੁੰਦਾ ਸੀ? ਹਾਂ, ਮੇਮ ਦੀਆਂ ਕਿਆਰੀਆਂ ਵਿੱਚ ਗੁਲਾਬ, ਟਮਾਟਰ ਅਤੇ ਟਿਊਲਿਪ ਦੇ ਫੁੱਲ ਖਿੜੇ ਹੋਏ ਸਨ। ਇੱਥੇ ਅਤੇ ਆ ਬੇਟਾ, ਉੱਤੇ ਨਹੀਂ, ਅਤੇ ਟਿਊਲਿਪ ਦੇ ਫੁੱਲ ਖਿੜੇ ਹੋਏ ਸਨ। 7ਵਾਂ ਪ੍ਰਸ਼ਨ ਹੈ, ਦੱਸੋ ਮੋਤੀ ਦਾ ਸੁਭਾਅ ਕਿਹੋ ਜਿਹਾ ਸੀ? ਤਾਂ ਉੱਤਰ ਹੈ, ਮੋਤੀ ਆਪਣੇ ਪਰਿਵਾਰ ਦਾ ਬਹੁਤ ਵਫਾਦਾਰ ਸੀ। ਉਸਨੇ ਲੇਖਕ ਦੇ ਪਿਤਾ ਦੀ ਜਾਨ ਵੀ ਬਚਾਈ ਸੀ। ਜਦੋਂ ਲੇਖਕ ਦਾ ਪਰਿਵਾਰ ਪੰਜਾਬ ਆ ਗਿਆ ਸੀ ਤਾਂ ਵੀ ਕਹਿੰਦੇ ਮੋਤੀ 1 ਮਹੀਨਾ ਉਹਨਾਂ ਦੇ ਮਕਾਨ ਕੋਲ ਬੈਠਾ ਉਹਨਾਂ ਨੂੰ ਉਡੀਕਦਾ ਰਿਹਾ ਸੀ। ਵਫਾਦਾਰ ਵਾਲਾ ਜਿਹੜਾ ਉਹਦਾ ਸੁਭਾਅ ਸੀ। ਤਾਂ ਅੱਗੇ ਅਸੀਂ ਬੇਟਾ ਕਰਦੇ ਹਾਂ ਔਖੇ ਸ਼ਬਦਾਂ ਦੇ ਅਰਥ। ਸਾਡੇ ਕੋਲ ਕਾਊਚ ਸ਼ਬਦ ਆਇਆ। ਕਾਊਚ ਹੁੰਦਾ ਸੋਫਾ। ਬੂਥੀ, ਮੂੰਹ, ਚਿਹਰਾ, ਆਪਾਂ ਕਹਿੰਦੇ ਕੁੱਤੇ ਦੀ ਬੂਥੀ। ਅਰਜੋਈ, ਬੇਨਤੀ। ਤਰਬ ਕੇ, ਡਰ ਕੇ, ਘਬਰਾ ਕੇ। ਵਾਕਫ, ਜਾਣਕਾਰ। ਮਨਜ਼ੂਰ, ਪ੍ਰਵਾਨ ਕਰਨਾ, ਮੰਨਣਾ। ਅਫਸੋਸਿਆ, ਚਿੰਤਾ ਧੁਰ, ਜਿਸ ਨੂੰ ਪਛਤਾਵਾ ਲੱਗਿਆ ਹੋਵੇ। ਆਪਣੇ ਵੰਡੇ ਦਾ, ਆਪਣੇ ਹਿੱਸੇ ਦਾ। ਕਰੁੰਡੀਆ, ਇਕੱਠਾ ਹੋ ਕੇ ਬਹਿਣਾ। ਰੂਲ, ਡੰਡਾ। ਤਾਂ ਇਹ ਸੀ ਸਾਡੇ ਕੋਲ ਪੁੱਤਰ ਜੀ ਪਾਠ ਮੋਤੀ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਾਠ ਜ਼ਰੂਰ ਪਸੰਦ ਆਇਆ ਹੋਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਤੰਦਰੁਸਤ ਰਹੋ। ਥੈਂਕ ਯੂ।